ਤੇ ਕਾਵਾ ਹੁੰਦਾ ਚੱਲਦੇ ਜੇ ਅਜਵਾਇਨ ਪੁਦੀਨਾ ਦਾਲਚੀਨੀ ਤੇ ਅਦਰਕ ਉਸ ਦੇ ਨਾਲ ਉਹਦਾ ਸਾਹ ਫੁੱਲਣ ਲੱਗ ਗਿਆ ਬੈਠੇ ਬੈਠੇ ਵੀ ਫੁੱਲਣ ਲੱਗ ਗਿਆ ਤੇ ਹਲਕੀ ਜਿਹੀ ਹਰਕਤ। ਕਿੰਨੀ ਉਮਰ ਹੈ? 16 ਸਾਲ। ਕਮਜ਼ੋਰ ਹੈ ਤਕੜਾ ਹੈ? ਬਸ ਦਰਮਿਆਨਾ ਜੀ। ਰੰਗਤ? ਗੰਦਮੀ ਰੰਗਤ। ਦੁਬਾਰਾ ਜਿਹੜਾ ਹੋਇਆ ਨਾ ਉਹਨੂੰ ਜਾਂ ਤਾਂ ਉਹਨੂੰ ਨਮੂਨੀਆ ਵਾਲੇ ਪਾਸੇ ਚਲਾ ਗਿਆ। ਠੰਡ ਲੱਗੀ ਨਾ? ਠੰਡ ਲੱਗੀ। ਅਦੇ ਨਮੂਨੀਆ ਵਾਲੇ ਪਾਸੇ ਚਲਾ ਗਿਆ। ਪਹਿਲੇ ਉਹਨੂੰ ਟਾਈਫਾਇਡ ਸੀ, ਨਮੂਨੀਆ। ਟਾਈਫਾਇਡ ਵਿਗੜ ਕੇ ਵੀ ਨਮੂਨੀਆ ਚਲਾ ਜਾਂਦਾ, ਨਮੂਨੀਆ ਵਿਗੜ ਕੇ ਵੀ ਟਾਈਫਾਇਡ ਚਲਾ ਜਾਂਦਾ। ਇਹ ਦੋਵੇਂ ਹੀ ਵਿਗੜ ਕੇ ਦੇਕਲੇ ਵੀ ਚਲੇ ਜਾਂਦੇ ਨੇ। ਹੁਣ ਉਹਨੂੰ ਹਰਾਰਤ ਹੀ ਬਚਾਉਣੀ ਹੈ। ਵਕਤੀ ਤੌਰ 'ਤੇ ਤੂੰ ਭਾਪ ਦਿਓ ਨਿਬਲਾਈਜ਼, ਜਿਹੜਾ ਆਮ ਪਾਣੀ ਦੇ ਵਿਕਸ ਵਾਲਾ ਨਿਬਲਾਈਜ਼ ਕਰ ਦਿਓ। ਵਿਕਸ ਦੀ ਮਾਲਿਸ਼ ਕਰਵਾ ਰਿਹਾ, ਮਾਲਿਸ਼ ਵੀ ਕਰਵਾ ਦਿਓ। ਪਾਣੀ 'ਚ ਵੀ ਪਾ ਕੇ ਨਾ ਪੂਰਾ ਪਾਣੀ ਉਬਾਲ ਕੇ, ਉਹ ਮਸ਼ੀਨ ਵੀ ਹੁੰਦੀ ਹੈ ਬਿਜਲੀ 'ਚ ਲਗਾ ਕੇ ਕਰਨੀ ਹੈ, ਉਹਦੇ ਨਾਲ ਬਚਦਾ। ਇਹਦੇ ਆ ਵਕਤੀ ਇਲਾਜ। ਬਾਕੀ ਨੂੰ ਗਰਮ ਗਰਮ ਕੱਪੜੇ ਪਾਉਣੇ ਨੇ, ਗਰਮ ਪਾਣੀ ਦੀ ਬੋਤਲ ਦੇ ਸੀਨੇ 'ਤੇ ਰੱਖੋ। ਸੀਨਾ ਗਰਮ ਰਹੇਗਾ ਨਾ, ਫੇਫੜਾ ਗਰਮ ਰਹੇਗਾ ਅਤੇ ਫਿਰ ਉਹ ਆਸਤਾ ਆਸਤਾ ਅਮੈਂਡ ਹੋ ਜਾਏਗਾ। ਜਿਹੜੀਆਂ ਉਹਦੀਆਂ ਰੁਕਾਵਟਾਂ ਨੇ ਉਹ ਦੂਰ ਹੋ ਜਾਣੀਆਂ। ਬਲਗਮ ਜਿਹੜੀ ਜੰਮੀ ਹੋਈ ਹੈ ਜਾਂ ਉੱਥੇ ਕੋਈ ਜ਼ਖਮ ਵੀ ਹੋਏ ਤਾਂ ਜ਼ਖਮ ਵੀ ਗਰਮੀ ਨਾਲ ਹੀ ਅਮੈਂਡ ਹੋਣੇ ਨੇ। ਉਹਨਾਂ ਹਰਾਰਤ ਪਹੁੰਚਾਉਣੀ ਹੈ ਅਤੇ ਹਰਾਰਤ ਵੀ ਤੁਸੀਂ ਇਸ ਤਰ੍ਹਾਂ ਹਲਕੀ ਹਰਾਰਤ ਪਾਣੀ ਗਰਮ ਦੇ ਬੋਤਲ ਦੀ। ਇੱਕ ਇਹ ਹੋ ਗਿਆ। ਦੂਸਰਾ ਹੋ ਗਿਆ ਖਾਣ ਵੱਲੋਂ ਵੀ ਚੀਜ਼ਾਂ ਉਹਨੂੰ ਠੰਡੀਆਂ ਨਾ ਜਾਣ, ਗਰਮ ਤਰ ਜਾਣ। ਸਿਰਫ ਯਖਣੀ ਪਿਲਾ ਰਹੇ ਨੇ ਬੱਕਰੀ ਦੀ। ਉਹਦੇ ਵਿੱਚ ਵੀ ਥੋਮ ਪਾਓ, ਹਲਦੀ ਪਾਓ। ਥੋਮ ਅਤੇ ਹਲਦੀ ਜ਼ਿਆਦਾ ਪਾ ਦਿਓ। ਅਦਰਕ ਵੀ ਪਾ ਸਕਦਾ। ਫਿਰ ਯਖਣੀ ਬਹੁਤੀ ਵੀ ਪਿਆਈਏ ਨਾ, ਉਹਦੇ ਨਾਲ ਮੋਸ਼ਨ ਵੀ ਲੱਗ ਜਾਂਦੇ ਜੀ। ਗੁੱਦੀ ਤਹਿਰੀਕ ਹੁੰਦੀ ਹੈ ਨਾ, ਗੁੱਦੀ ਇਹਦੀ ਜ਼ਿਆਦਾ ਹੋ ਜਾਏ ਅਤੇ ਉਹਨੇ ਆਂਤਾਂ ਦੇ ਗੁੱਦਦ ਨੂੰ ਛੇੜ ਦੇਣਾ, ਫਿਰ ਉਹਦੇ ਮੋਸ਼ਨ ਲੱਗ ਜਾਣੇ। ਆਪਣਾ ਮੋਸ਼ਨ ਕਹਿਣਾ ਜ਼ਹੀਰ ਲੱਗ ਜਾਏਗੀ, ਜਾਂ ਮੋਸ਼ਨ ਵੀ ਲੱਗ ਜਾਏ। ਲੂਣ ਵਾਲੀ ਹੋਈ ਤਾਂ ਫਿਰ ਮੋਸ਼ਨ ਲੱਗ ਜਾਣਗੇ, ਅਤੇ ਲੂਣ ਵਾਲੀ ਜੇ ਲੂਣ ਘੱਟ ਹੋਇਆ ਤਾਂ ਫਿਰ ਜ਼ਹੀਰ ਹੋ ਜਾਣੀ, ਪੇਚਿਸ ਹੋ ਜਾਣੀ, ਯਾਨੀ ਉਹ ਵੀ ਮੁਸੀਬਤ ਬਣਨੀ। ਅਤੇ ਦਲੀਆ ਛਲੀ ਜੀ ਪਾ ਦਿਓ, ਦਲੀਏ 'ਚ ਯਖਣੀ ਪੈ ਜਾਏ ਅਤੇ ਦਲੀਏ ਵਿੱਚ ਮਿਠਾਸ ਵੀ ਆ ਜਾਏ ਥੋੜ੍ਹੀ ਜਿਹੀ, ਮਿਠਾਸ ਜਿਹੜੀ ਕਵਰ ਕਰ ਜਾਏ। ਲੂਣ ਨੇ ਇਕੱਲੇ ਨੇ ਇਰੀਟੇਸ਼ਨ ਕਰ ਜਾਣੀ। ਇੱਕ ਦਲੀਏ ਨੂੰ ਵੀ ਤੁਸੀਂ ਮਿੱਠਾ ਬਣਾ ਸਕਦੇ ਜੀ। ਉਹਦੇ 'ਚ ਮਨੱਕਾ ਬਦਾਮ ਪਾ ਦਿਓ, ਉਹਦੇ 'ਚ ਅਦਰਕ ਪਾ ਦਿਓ ਕੁੱਟ ਕੇ, ਜਾਂ ਸਬਜ਼ੀ ਗੋਸ਼ਤ ਦੇ ਸਕਦੇ ਜੀ। ਛੋਟਾ ਗੋਸ਼ਤ, ਬੱਕਰੀ ਦਾ ਗੋਸ਼ਤ ਬਿਹਤਰ ਹੈਗਾ। ਗਰਮੀ ਬਚਾਉਣੀ। ਦਵਾਈ ਦੇ ਤੌਰ 'ਤੇ ਜਿਹੜਾ ਹੁਣ ਦੇਣਾ ਹੋਵੇ, ਜਿਹਦੇ ਵੇਖੋ ਬਲਗਮ ਫਸ ਕੇ ਨਿਕਲਦੀ ਪਈ, ਫਸੀ ਹੋਈ ਨਿਕਲਦੀ ਅਤੇ ਨਿਕਲਦੀ ਨਹੀਂ ਪਈ ਅਤੇ ਉਹਨੂੰ ਦੇ ਕਿੰਨੂ ਹੀ ਮਾਲਟਾ ਹੀ ਦੇ ਦਿਓ। ਇੱਕ ਵਾਰੀ ਖਾਂਸੀ ਆਏਗੀ, ਪੁੱਟ ਕੇ ਬਲਗਮ ਬਾਹਰ ਆ ਜਾਏਗੀ। ਫੇਫੜਾ ਵੀ ਗਰਮ ਹੋ ਜਾਏ, ਜਦੋਂ ਹਲਕਾ ਹਰਕਤ ਕਰੇਗਾ ਨਾ ਫੇਫੜਾ ਗਰਮ ਹੋ ਜਾਣਾ। ਖਾਂਸੀ ਲਿਆ ਕੇ ਗਰਮ ਹੁੰਦਾ ਫੇਫੜਾ, ਜਦੋਂ ਪੂਰੀ ਗਰਮ ਹੋ ਜਾਂਦਾ ਨਿਕਲ ਜਾਂਦੀ ਬਲਗਮ, ਫਿਰ ਸਕੂਨ ਆ ਪੈਂਦਾ। ਦੂਸਰੀਆਂ ਹੈਗੀਆਂ ਮਸੱਕਣ ਚੀਜ਼ਾਂ, ਮਸਲ ਸ਼ਰਬਤ ਦੇ ਦਿੱਤਾ, ਉਹਨੇ ਵੈਸੇ ਹੀ ਸਕੂਨ ਦੇ ਦੇਣਾ। ਉਹ ਸਕੂਨ ਦੇ ਨਾਲ ਹਟ ਗਈ, ਲੇਕਿਨ ਫੇਰ ਹੋ ਜਾਏਗੀ, ਵਿੱਚੇ ਫਸਿਆ ਰਹਿਣਾ ਮੁਆਦ ਨੂੰ ਬਾਹਰ ਨਿਕਲਣਾ ਚਾਹੀਦਾ। ਜਾਂ ਬਹੁਤੀ ਤੰਗ ਕਰਦੀ ਫਿਰ ਤਾਂ ਮਸੱਕਣ ਦੇ ਕੇ ਉਹਨੂੰ ਵਕਤੀ ਤੌਰ 'ਤੇ ਫਾਇਦਾ ਦਿਓ, ਬਾਕੀ ਬੰਦੇ ਨੂੰ ਸਕੂਨ ਆ ਜਾਏ। ਫਿਰ ਉਹਨੂੰ ਪੁੱਟ ਕੇ ਬਾਹਰ ਹੀ ਕਰਨਾ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਮੁਹੱਲਲ ਚੀਜ਼ਾਂ ਨੇ, ਉਹ ਤੁਹਾਡੀਆਂ ਗਰਮਤਾਰ ਚੀਜ਼ਾਂ ਨੇ। ਜੇ ਬਲਗਮ ਵਿੱਚ ਪਈ ਹੋਈ ਹੈ, ਵਾਫਰ ਹੈਗੀ, ਅਤੇ ਫਿਰ ਗਰਮਤਾਰ ਨਹੀਂ, ਫਿਰ ਗਰਮ ਖੁਸ਼ਕ ਦੇਣੀ ਆ, ਤਾਂ ਕਿ ਉਹ ਜਿਹੜੀ ਨਾ ਉਹਦਾ ਜ਼ਰਾ ਕੁਆਮ ਬਣੇ ਅਤੇ ਨਿਕਲਣ ਦੇ ਕਾਬਲ ਬਣ ਜਾਏ, ਜਿਹੜੀ ਗਾੜੀ ਹੋ ਜਾਏ ਜ਼ਰਾ। ਕੋਈ ਸਮਝ ਆਈ ਕਿ ਨਹੀਂ? ਹਾਂ। ਅੱਛਾ ਹਕੀਮ ਸਾਹਿਬ, ਇਹਦੇ ਨਾਲ ਬੁਖਾਰ ਜਿਹੜਾ ਹੈ ਇਹ ਕਿਉਂ ਹੁੰਦਾ ਹੈ? ਆਮ ਤੌਰ 'ਤੇ ਅੱਜ ਕੱਲ੍ਹ ਤਾਂ ਬੱਚੇ ਨੂੰ, ਵੱਡੇ ਨੂੰ, ਤਕਰੀਬਨ ਬਹੁਤ ਸਾਰੇ ਲੋਕਾਂ ਨੂੰ ਬੁਖਾਰ ਹੁੰਦਾ ਪਿਆ, ਅਤੇ ਇਹ ਹੁੰਦਾ ਕਿਉਂ? ਇਹਦੀ ਵਜ੍ਹਾ ਕੀ ਹੁੰਦੀ ਅਤੇ ਕਿਵੇਂ ਮਤਲਬ ਕੀ ਇਹਤਿਆਤ ਕਰੀਏ ਬੰਦਾ ਬਚ ਸਕਦਾ? ਅਤੇ ਜੇ ਇਹਦਾ ਕੋਈ ਸਿੱਧਾ ਸਾਦਾ ਜਿਹਾ ਇਲਾਜ ਵੀ ਹੈਗਾ ਕਿ ਆਮ ਰੂਟੀਨ ਦਾ ਬੁਖਾਰ ਜਿਹੜਾ ਹੋਣ ਡਿਆ ਲੋਕਾਂ ਨੂੰ? ਆਮ ਰੂਟੀਨ ਦਾ ਬੁਖਾਰ ਜਿਹੜਾ ਇੱਕ ਅਲਾਮਤ ਦੇ ਤੌਰ 'ਤੇ ਆਉਂਦਾ ਹੈ। ਅਸਲ ਵਿੱਚ ਪਿੱਛੇ ਪੁਰਦੇ ਕਿਸੇ ਦੇ ਵਿੱਚ ਠੰਡਕ ਆ ਗਈ ਹੈ। ਮਤਲਬ ਖਾਂਸੀ ਦੇ ਹੁਣੇ ਨਾਂ ਲੈ ਰਹੇ ਸੀਗੇ, ਖਾਂਸੀ ਜਦੋਂ ਬਹੁਤੀ ਹੋਈ, ਨਜ਼ਲਾ ਜ਼ੁਕਾਮ ਵੀ ਹੋ ਪੈਣਾ, ਫਿਰ ਉਹਨੂੰ ਰੱਦੇ ਅਮਲ 'ਤੇ ਜਿਸਮ ਨੂੰ
ਤੋੜਦਾ ਜਿਸਮ ਜਿਹੜਾ ਹੈ ਨਾ, ਉਹਨੂੰ ਰੁਕਾਵਟ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਦੂਰ ਕਰਨ ਵਾਸਤੇ ਹਮੇਸ਼ਾ ਕੂਵਤ ਚਾਹੀਦੀ, ਤਾਕਤ ਚਾਹੀਦੀ। ਤਾਕਤ, ਹਰਾਰਤ ਆਉਣੀ ਹੈ ਜਦੋਂ ਖੂਨ ਦਾ ਉਧਰ ਦੌਰਾਨ ਹੋਣਾ ਤਾਂ ਹਰਾਰਤ ਆਉਣੀ ਹੈ। ਜੇ ਤੇ ਉਹ ਨਿਕਲ ਗਈ ਤਾਂ ਬੁਖਾਰ ਹੋਣਾ ਹੀ ਨਹੀਂ, ਠੀਕ ਹੋ ਜਾਣਾ। ਤੇ ਜੇ ਉਹ ਨਹੀਂ ਨਿਕਲਦੀ ਰੁਕਾਵਟ, ਉਸ ਨੂੰ ਖਾਂਸੀ, ਬਹੁਤੀ ਠੰਡ ਲੱਗ ਗਈ ਹੈ, ਬਹੁਤੀ ਰੁਕਾਵਟ ਆ ਗਈ ਕਿਤੇ, ਜਾਂ ਬੰਦੇ ਨੂੰ ਗੁੱਸਾ ਹੀ ਬਹੁਤਾ ਆਇਆ ਪਿਆ, ਜਾਂ ਉਹਨੇ ਕੰਮ ਬਹੁਤਾ ਕਰ ਲਿਆ, ਉਹਦੀ ਥਕਾਵਟ ਜਿੰਨਾ ਚਿਰ ਨਹੀਂ ਉਤਰਦੀ ਉਹਨਾਂ ਚਿਰ ਬੁਖਾਰ ਨਹੀਂ ਲੈਣਾ। ਜੇ ਉਹਨਾਂ ਬੁਖਾਰ ਇਸ ਤਰ੍ਹਾਂ ਉਤਾਰ ਦਿੱਤਾ, ਉਹ ਹੀ ਪਚੀਦਾ ਹੋ ਪੈਣਾ, ਖਰਾਬ ਹੋ ਪੈਣਾ। ਉਹਦਾ ਬੁਖਾਰ ਹੁਣ ਥਕਾਵਟ ਹੀ ਤੁਹਾਨੂੰ ਆਰਾਮ ਕਰਾਉਣਾ। ਅਗਰ ਉਹਨੂੰ ਠੰਡ ਲੱਗੀ ਤਾਂ ਉਹਨੂੰ ਗਰਮੀ ਪਛਾਉਣੀ, ਉਹਦਾ ਬੁਖਾਰ ਆਪੇ ਉਤਰ ਜਾਣਾ। ਅਗਰ ਕੋਈ ਹੋਰ ਉਹਨੂੰ ਕੋਈ ਗੁੱਸਾ ਆਏਗਾ ਤਾਂ ਗੁੱਸੇ ਦਾ ਇਲਾਜ ਫਿਰ ਉਹਨੂੰ ਠੰਡਿਆਂ ਕਰਨਾ, ਉਹਦੀ ਹੌਸਲਾ ਅਫਜ਼ਾਈ ਕਰਨੀ, ਮੈਂ ਤੇਰੇ ਨਾਲ ਹਾਂ, ਜਾਂ ਕੋਈ ਮਤਲਬ ਉਹਦੀ ਮਦਦ ਕਰ ਦੇਣੀ ਹੈ। ਅਗਰ ਉਹ ਕੋਈ ਹੋਰ ਕੋਈ ਵਜ੍ਹਾ ਆ ਗਈ, ਬੁਖਾਰ ਬਹੁਤਾ ਹੀ ਸ਼ਿੱਦਤ ਦਾ ਆ ਗਿਆ, ਫਿਰ ਉੱਥੇ ਵਕਤੀ ਤੌਰ 'ਤੇ ਅਸੀਂ ਸਕੂਨ ਦੇਣ ਵਾਸਤੇ ਉਹਨੂੰ ਕੋਈ ਚੀਜ਼ ਐਸੀ ਦਿਆਂਗੇ ਜਿਹਦੇ ਨਾਲ ਬੁਖਾਰ ਥੋੜ੍ਹਾ ਜਿਹਾ ਹਲਕਾ ਹੋ ਜਾਏ। ਉੱਥੇ ਤੁਸੀਂ ਪੱਤੀ ਦਾ ਕਾਹਵਾ ਹੀ ਦੇ ਦਿਓ। ਆਮ ਪੱਤੀ ਦਾ ਕਾਹਵਾ, ਪਾਣੀ ਨੂੰ ਜ਼ਰਾ ਪਕਾਇਆ ਹੋਵੇ, ਪਾਣੀ ਪੱਕੇ, ਉਹਦਾ ਜਿਹੜੀ ਠੰਡਕ ਵਾਲੀ ਚੱਸ ਮਰ ਜਾਏ, ਉਹਦੇ 'ਚ ਲਤਾਫਤ ਆ ਜਾਏ, ਦਿਓਗੇ ਤਾਂ ਉਹਦੇ ਨਾਲ ਹਰਾਰਤ ਪੂਰੀ ਹੋਏਗੀ। ਉੱਥੇ ਜਿਸਮ ਦੀ ਮਦਦ ਹੋ ਜਾਏਗੀ, ਮਾਮਨਤ ਹੋ ਜਾਏਗੀ, ਬੁਖਾਰ ਉੱਥੇ ਵੀ ਸਲੋ ਹੋ ਜਾਏਗਾ, ਭਾਵੇਂ ਕਿੰਨਾ ਵੀ ਜ਼ੋਰਦਾਰ ਹੈਗਾ। ਬਹੁਤਾ ਹੀ ਇਹਦੇ ਚੀਨੀ ਵੀ ਪੂਰਾ ਦੇ ਸਕਦੇ ਜੀ। ਸਿਰਫ ਚੀਨੀ, ਜੇ ਬੁਖਾਰ ਬਹੁਤਾ ਹੀ ਹਾਈ ਵੀ ਹੁੰਦਾ ਤੇ ਉਹਦੇ ਨਾਲ ਵੀ ਬੁਖਾਰ ਨੇ ਇੱਕਦਮ ਸ਼ਰੀਆਨਾ ਨੇ ਲੂਜ਼ ਹੋ ਜਾਣਾ। ਬੁਖਾਰ ਜਿਹੜਾ ਹੈਗਾ ਹਰਾਰਤ ਗਰੀਬਾ ਅਸੀਂ ਕਹਿੰਦੇ ਤਾਂ ਉਹ 'ਚ ਕਾਰਬਨ ਹੁੰਦੀ ਹੈ। ਕਾਰਬਨ ਦਾ ਮਿਜ਼ਾਜ ਹੈ ਖੁਸ਼ਕ ਗਰਮ, ਉਹਦੀ ਖੁਸ਼ਕੀ ਗਰਮੀ ਜਿਹੜੀ ਉਹ ਤੋੜਦੀ ਹੁੰਦੀ ਹੈ, ਜਿਸ ਤਰ੍ਹਾਂ ਵੀ ਤੋੜਦੀ ਹੈ। ਅਤੇ ਠੰਡ ਨਾਲ ਹੀ ਜ਼ਿਆਦਾਤਰ ਆਉਂਦਾ ਹੈ। ਹੋਰ ਤੁਸੀਂ ਕੋਈ ਨਵੇਂ ਤਰੀਕੇ ਨਾਲ ਸਵਾਲ ਕਰੋ, ਫਿਰ ਪਤਾ ਲੱਗ ਜਾਂਦਾ। ਕਾਹਵਾ ਜੇ ਤਾਂ ਠੰਡ ਨਾਲ ਬੁਖਾਰ ਹੋਵੇ, ਸਰਦੀ ਲੱਗ ਕੇ, ਲੌਂਗ ਦਾਲਚੀਨੀ ਦਾ ਕਾਹਵਾ, ਸਾਦਾ ਪਾਣੀ ਬੰਦ ਕਰ ਦੇਣਾ। ਅਤੇ ਜੇ ਗਰਮੀ ਦੇ ਵਿੱਚੋਂ ਫਿਰਦਾ ਬੰਦਾ ਹੈ, ਫਿਰ ਸੌਂਫ ਸਬਜ਼ੀ ਇਲਾਚੀ ਦਾ ਕਾਹਵਾ। ਗਰਮੀ ਵਿੱਚ ਫਿਰਦਾ ਹੈ ਨਾ, ਧੁੱਪ ਵਿੱਚੋਂ ਜਾਂ ਗਰਮ ਮਾਹੌਲ ਦੇ ਵਿੱਚੋਂ, ਫਿਰ ਉਹਨੂੰ ਲੱਗਾ ਹੈ ਜਾਂ ਨਜ਼ਲਾ ਜ਼ੁਕਾਮ ਲੱਗਾ ਜਿਹੜਾ ਵਗੀ ਜਾਂਦਾ ਹੈਗਾ ਅਤੇ ਚੁੱਭਦਾ ਪਿਆ, ਗਲੇ 'ਚੋਂ ਚੁੱਭਦਾ, ਨੱਕ 'ਚੋਂ ਚੁੱਭਦਾ, ਉੱਥੇ ਸੌਂਫ ਸਬਜ਼ੀ ਇਲਾਚੀ ਦਾ ਕਾਹਵਾ, ਸੌਂਫ ਸਬਜ਼ੀ ਇਲਾਚੀ ਪਾ ਕੇ ਪਾਣੀ 'ਚ ਉਬਾਲ ਕੇ ਉਹ ਕਾਹਵਾ ਦੇਣਾ। ਚੀਨੀ ਨਾਲ ਮਿੱਠਾ ਕਰ ਲੈਣ, ਸ਼ੱਕਰ ਨਾਲ ਮਿੱਠਾ ਕਰ ਲੈਣ। ਜੇ ਠੰਡ ਬੜੀ ਲੱਗਣ ਲੱਗੇ, ਲੌਂਗ ਦਾਲਚੀਨੀ ਦਾ ਕਾਹਵਾ, ਅਤੇ ਨਾਲ ਗਰਮ ਪਾਣੀ ਦੀਆਂ ਬੋਤਲਾਂ ਸੀਨੇ ਦੇ ਉੱਤੇ, ਪੈਰਾਂ 'ਤੇ ਵੀ ਰੱਖ ਸਕਦੇ ਜੇ, ਸੀਨੇ 'ਤੇ ਵੀ ਰੱਖ ਸਕਦੇ। ਫੇਫੜਾ ਗਰਮ ਹੋਇਆ, ਸਾਹ ਸੌਖਾ ਹੋ ਜਾਣਾ। ਪੈਰ ਗਰਮ ਹੋਏ ਤਾਂ ਦੌਰਾਨੇ ਖੂਨ ਦਰੁਸਤ ਹੋ ਗਏ ਤਾਂ ਵੀ ਤਬੀਅਤ ਬਹਾਲ ਹੋ ਪੈਣੀ। ਠੰਡ ਕਾਂਬਾ ਵੀ, ਸ਼ਿਵਰਿੰਗ ਜਿਹੜੀ ਉਹ ਵੀ ਖਤਮ ਹੋ ਪੈਣੀ, ਬੁਖਾਰ ਵੀ ਉਤਰਨਾ। ਸਾਡੇ ਕੋਲ ਤਾਂ ਗਿਜ਼ਾਈ ਇਲਾਜ ਹੀ ਹੈ।